ਅਸਲਾਮ ਵਾਲੇਕੁਮ ਕੀ ਹਾਲ ਹੈ ਤੁਸਾਂ ਦਾ। ਉਮੀਦ ਹੈ ਸਾਰੇ ਚੰਗੇ ਭਲੇ ਹੋਗੇ। ਜਦੀਦ ਸ਼ਾਇਰੀ ਦੇ ਵਿੱਚ ਅੱਜ ਅਸੀਂ ਡਾਕਟਰ ਫਕੀਰ ਮੁਹੰਮਦ ਫਕੀਰ ਨੂੰ ਡਿਸਕਸ ਕਰਨਾ ਹੈ। ਤੁਹਾਡੇ ਨਸਾਬ ਦੇ ਵਿੱਚ ਇਹਨਾਂ ਦਾ ਮਵਾਤੇ ਸ਼ਾਮਿਲ ਹੈ। ਸਭ ਤੋਂ ਪਹਿਲੇ ਤੁਸੀਂ ਹੈਡਿੰਗ ਬਣਾ ਲੈਣੀ ਹੈ ਮੁੱਢਲੀ ਕਲਬਾਤ, ਜਿਹਦੇ ਤੁਸੀਂ ਡਾਕਟਰ ਫਕੀਰ ਮੁਹੰਮਦ ਫਕੀਰ ਦੇ ਤਾਰੁਫ ਬਾਰੇ ਗੱਲ ਕਰੋਗੇ। ਸਭ ਤੋਂ ਪਹਿਲੇ ਲਿਖੋ ਕਿ ਡਾਕਟਰ ਫਕੀਰ ਮੁਹੰਮਦ ਫਕੀਰ ਨੂੰ ਪੰਜਾਬੀ ਜ਼ੁਬਾਨ ਦਾ ਬਾਬਾ ਸ਼ਾਇਰ ਆਖਿਆ ਜਾਂਦਾ ਹੈ। ਉਹ 1900 ਨੂੰ ਗੁਜਰਾਂਵਾਲਾ ਮੀਆਂ ਲਾਲ ਦੀਨ ਦੇ ਘਰ ਜੰਮੇ। ਠੀਕ ਹੈ, ਉਹਨਾਂ ਨੇ ਸਾਰੀ ਹਯਾਤੀ ਪੰਜਾਬੀ ਅਦਬ ਲਈ ਕੰਮਕਾਰ ਕੀਤਾ ਤੇ ਪੰਜਾਬੀ ਅਕੈਡਮੀ ਕਾਇਮ ਕੀਤੀ, ਜਿੱਥੋਂ ਮਾਹਨਾਮਾ ਰਿਸਾਲਾ ਪੰਜਾਬੀ ਛਾਇਆ ਹੋਇਆ। ਠੀਕ ਹੈ, ਉਹਨਾਂ ਨੇ ਇੱਕ ਅਕੈਡਮੀ ਕਾਇਮ ਕੀਤੀ, ਉੱਥੋਂ ਮਾਹਨਾਮਾ ਰਿਸਾਲਾ ਪੰਜਾਬੀ ਛਾਇਆ ਹੋਇਆ। ਉਸ ਤੋਂ ਅੱਗੇ ਤੁਸੀਂ ਲਿਖਣਾ ਹੈ ਕਿ ਉਹਨਾਂ ਨੇ 1974 ਵਿੱਚ ਵਫਾਤ ਪਾਈ। ਉਸ ਤੋਂ ਬਾਅਦ ਤੁਸੀਂ ਆਪਣੇ ਕੁਐਸਚਨ ਦਾ ਇੰਟਰੋ ਦੇਣਾ, ਥੋੜਾ ਜਿਹਾ ਤੁਸੀਂ ਡਾਕਟਰ ਫਕੀਰ ਮੁਹੰਮਦ ਫਕੀਰ ਦੇ ਬਾਰੇ ਚ ਲਿਖ ਕੇ ਉਸ ਤੋਂ ਬਾਅਦ ਤੁਸੀਂ ਆਪਣੇ ਕੁਐਸਚਨ ਜਿਹੜਾ ਤੁਸੀਂ ਲਿਖ ਰਹੇ ਹੋਗੇ ਉਹਦੇ ਬਾਰੇ ਤੁਸੀਂ ਉਹਨੂੰ ਦੱਸਣਾ ਹੈ ਪਹਿਲੇ ਤਾਰੁਫ ਦੇ ਵਿੱਚ ਕਿ ਮੈਂ ਕਿਹੜੀ ਕਿਹੜੀ ਗੱਲਾਂ ਆਪਣੇ ਕੁਐਸਚਨ ਦੇ ਵਿੱਚ ਜਿਹੜੇ ਕਰਨ ਜਾ ਰਹੇ ਹਾਂ। ਉਸ ਤੋਂ ਬਾਅਦ ਅਸੀਂ ਡਿਸਕਸ ਕਰਾਂਗੇ ਆਪਣੇ ਨੋਟਸ ਵਿੱਚ। ਉਸ ਤੋਂ ਬਾਅਦ ਅਸੀਂ ਕਰਾਂਗੇ ਮਵਾਤੇ ਦਾ ਫਿਕਰੀ ਵੇਰਵਾ, ਮੀਨ ਕਿ ਤੁਸੀਂ ਦੱਸਣਾ ਹੈ ਕਿ ਡਾਕਟਰ ਫਕੀਰ ਮੁਹੰਮਦ ਫਕੀਰ ਦੀ ਕੀ ਸੋਚ ਸੀ, ਉਹ ਲੋਕਾਂ ਨੂੰ ਕਿਹੜੀ ਅਵੇਅਰਨੈਸ ਕਰਾਉਣਾ ਚਾਹੁੰਦੇ ਸੀ। ਠੀਕ ਹੈ, ਉਹਨਾਂ ਦੇ ਸ਼ਾਇਰੀ ਦੇ ਵਿੱਚ ਕਿਹੜੀ ਫਿਕਰ ਪਾਈ ਜਾਂਦੀ ਹੈ। ਸਭ ਤੋਂ ਪਹਿਲਾਂ ਤੁਸੀਂ ਦੱਸਣਾ ਹੈ ਮਵਾਤੇ ਕਦੋਂ ਛਪਿਆ। ਠੀਕ ਹੈ, ਫਕੀਰ ਮੁਹੰਮਦ ਫਕੀਰ ਨੇ ਸਟੈਪ ਕਿਉਂ ਲਿਆ। ਇਹ ਮਜਮੂਆ ਜਿਹੜਾ ਸੀ ਉਹ 1956 ਵਿੱਚ ਛਾਇਆ ਹੋਇਆ। ਠੀਕ ਹੈ, ਉਸ ਵੇਲੇ ਜਿਹੜੇ ਇਸ ਕੌਮ ਦੇ ਰਹਿਨੁਮਾ ਸੀ ਉਹ ਮੁਲਕ ਨੂੰ ਚੰਗਾ ਬਣਾਉਣ ਵਾਸਤੇ ਕੋਸ਼ਿਸ਼ ਕਰ ਰਿਹਾ ਸੀ। ਠੀਕ ਹੈ, ਕੋਸ਼ਿਸ਼ ਕਰ ਰਿਹਾ ਸੀ ਜਾਂ ਯਤਨ ਕਰ ਰਿਹਾ ਸੀ, ਜੋ ਵੀ ਵਰਡ ਯੂਜ਼ ਕਰ ਸਕਦੇ ਹੋ। ਤੇ ਡਾਕਟਰ ਫਕੀਰ ਮੁਹੰਮਦ ਫਕੀਰ ਨੇ ਵੀ ਆਪਣੀ ਜ਼ਿੰਮੇਦਾਰੀ ਦਾ ਅਹਿਸਾਸ ਲਿਆ। ਉਹਨਾਂ ਨੇ ਵੀ ਲੋਕਾਂ ਨੂੰ ਹਰਕਤ ਤੇ ਅਮਲ ਦਾ ਪੈਗਾਮ ਦਿੱਤਾ। ਠੀਕ ਹੈ, ਹਰਕਤ ਤੇ ਅਮਲ ਦਾ ਪੈਗਾਮ ਇਹ ਦਿੱਤਾ ਕਿ ਉਹਨਾਂ ਨੇ ਲੋਕਾਂ ਨੂੰ ਆਖਿਆ ਕਿ ਤੁਸੀਂ ਜਦੋਂ ਤੱਕ ਬਾਹਰ ਨਿਕਲ ਕੇ ਆਪਣੇ ਹੱਕ ਲਈ ਬੋਲਣਾ ਨਹੀਂ ਹੈ, ਤੁਹਾਨੂੰ ਕੋਈ ਕਾਮਯਾਬੀ ਜਾਂ ਕੁਝ ਨਹੀਂ ਮਿਲ ਸਕਦਾ, ਨਾ ਤੁਹਾਡਾ ਮੁਲਕ ਤਰੱਕੀ ਹਾਸਿਲ ਕਰ ਸਕਦਾ ਹੈ। ਠੀਕ ਹੈ, ਮਤਲਬ ਕਿ ਉਹ ਕਹਿੰਦਾ ਹੈ ਕਿ ਤੁਸੀਂ ਸਾਰਾ ਕੁਝ ਕਰਦੇ ਆਪ ਹੋ ਤੇ ਤੁਸੀਂ ਜਿਹੜਾ ਇਲਜ਼ਾਮ ਹੁੰਦਾ ਹੈ ਉਹ ਅੱਲਾਹ ਤਾਲਾ ਦੀ ਜ਼ਾਤ ਤੇ ਪਾ ਦਿੰਦੇ ਹੋ। ਠੀਕ ਹੈ, ਉਹਨਾਂ ਨੇ ਲੋਕਾਂ ਨੂੰ हरकत ते अमल का पैगाम ये दिता कि आहलकी नहीं करनी, सुस्ती नहीं करनी। अगर तुम बैठे हो, तुम सुस्ती कर रहे हो, आहलकी कर रहे हो और फिर बाद में तुम कहो कि ये मेरी किस्मत में लिखा था, ये अल्लाह पाक ने किया है, ऐसा कुछ नहीं है। उठो, हरकत करो, अमल में आओ, कुछ करके दिखाओ। ठीक है, अगर अपने मुल्क को बेहतर बनाना चाहते हो। तो उन्होंने अपनी शायरी में लोगों को ये पैगाम दिया था। इस किताब का जो तारुफ था वो मौलाना जफर अली खान ने लिखा था। अब आप इसके अंदर सबसे पहले जो नंबर 1 हेडिंग बनाएंगे ना, वो होगी हमदिया ते नातिया कलाम तो आगाज। डॉक्टर फकीर मुहम्मद फकीर ने अपनी मवाते दा आगाज ਜਿਹੜਾ ਸੀ ਉਹ ਰੱਬ ਦੀ ਸਨਾ ਤੇ ਹਜ਼ੂਰ ਪਾਕ ਸਲਮ ਦੀ ਮੁਹੱਬਤ ਤੋਂ ਕੀਤਾ। ਠੀਕ ਹੈ, ਮਤਲਬ ਉਹ ਹਜ਼ੂਰ ਪਾਕ ਦੀ ਮੁਹੱਬਤ ਬਾਰੇ ਕਹਿੰਦੇ ਨੇ ਕਿ ਹੈ ਮੇਰੀਆਂ ਹਮਦਾ ਨਾਤਾਂ ਤੋਂ ਬਹੁਤ ਉੱਚਾ ਮਕਾਮ ਮੁਹੰਮਦ ਦਾ। ਮਤਲਬ ਕਿ ਜਿਹੜੀਆਂ ਮੈਂ ਹਮਦਾ ਤੇ ਨਾਤਾ ਪੜ ਰਿਹਾ ਉਸ ਤੋਂ ਬਹੁਤ ਉੱਚਾ ਮਕਾਮ ਹੈ ਹੋਲੀ ਪ੍ਰੋਫਿਟ ਦਾ। ਫਿਰ ਉਹ ਕਹਿੰਦੇ ਨੇ ਕਿ ਪਿਆ ਆਪਣੇ ਸ਼ੇਰ ਸਜਾਨਾ ਮੈਂ ਵਿੱਚ ਲਿਖ ਕੇ ਨਾਮ ਮੁਹੰਮਦ ਦਾ। ठीक है, ਇਹਦੇ ਚ मतलब वो कहने कि मैं अपने शेर सजा रहे हैं विच होली प्रॉफिट का नाम लिख के। अब यहाँ पर आप एक चीज जो है ना उसको आप अंडरलाइन कर लें या उसको अपने पाई पेज के ना साइड पे लिख लें, आपको फिर आगे भी समझ आ। जब अपने क्रिटिकल एनालिसिस करना है तो आपको फिर ये चीज दोबारा यहाँ से ढूंढनी जो है ना वो नहीं पड़ेगी। आपने क्या करना है, यहाँ पर ना उसने लिखा है लिख। ठीक है, लाम खे लिख। अब उसने ये वर्ड यहाँ पर गलत लिख दिया, लिख नहीं होता, पंजाबी में होता है लिख। ठीक है, तो लिख हम इस तरह से लिखते हैं। तो आपने अब यहाँ पे क्या करना है, जब आप क्रिटिकल एनालिसिस करेंगे ना तो आप उसको चेकर को बताएंगे कि जो फकीर मोहम्मद फकीर था ना, इसने अपनी शायरी के अंदर इमला की गलतियां भी की हैं। ठीक है, अब हमने यहाँ से एक क्रिटिकल एनालिसिस की हेडिंग निकाली है कि इमला दियां गलतियां। लेख उन्हें गलत लिखा है, लेख इस तरह होता है, ਇਹਦਾ मतलब ਇਹ ਹੈ ਕਿ ਉਹਨੇ ਕੀ ਕੀਤਾ ਹੈ, ਆਪਣੀ ਸ਼ਾਇਰੀ ਦੇ ਵਿੱਚ ਇਮਲਾ ਦੀਆਂ ਗਲਤੀਆਂ ਕੀਤੀਆਂ ਨੇ। ਜਦੋਂ ਤੁਸੀਂ ਕ੍ਰਿਟੀਕਲ ਐਨਾਲਿਸਿਸ ਕਰਨਾ ਉਹਦੇ ਤੁਸੀਂ ਦੱਸਣਾ ਹੈ ਕਿ ਫਕੀਰ ਮੁਹੰਮਦ ਫਕੀਰ ਨੇ ਆਪਣੀ ਸ਼ਾਇਰੀ ਵਿੱਚ ਇਮਲਾ ਦੀਆਂ ਗਲਤੀਆਂ ਕੀਤੀਆਂ ਨੇ। ਥੱਲੇ ਤੁਸੀਂ ਐਗਜ਼ਾਮਪਲ ਵੀ ਦੇਵੋਗੇ, ਲਿਖ ਆ ਗਿਆ। ਅੱਗਾ ਅਸੀਂ ਸ਼ਾਇਰੀ ਪੜਾਂਗੇ, ਅੱਗਾ ਹੋਰ ਵੀ ਸਾਨੂੰ ਮਿਸਟੇਕ ਨਜ਼ਰ ਆਏਗੇ। ਜਦੋਂ ਆਪਣੀ ਗੱਲ ਨੂੰ ਪ੍ਰੂਫ ਕਰਨ ਕਰ ਤੁਸੀਂ ਇਹਨਾਂ ਸ਼ਾਇਰਾਂ ਦੇ ਵਿੱਚੋਂ ਇਹ ਲਫ਼ਜ਼ ਕੱਢ ਕੇ ਉਹਨੂੰ ਆਪਣੀ ਗੱਲ ਸਾਬਿਤ ਕਰਨੀ ਹੈ ਕਿ ਵਾਕਈ ਜਿਹੜਾ ਮੈਂ ਕਹਿ ਰਿਹਾ ਉਹ ਗਲਤ ਨਹੀਂ ਹੈ। ਤੇ ਤੁਸੀਂ ਇਹ ਜਿਵੇਂ ਨਹੀਂ ਕਰਨਾ ਕਿ ਇਹ ਸ਼ੇਅਰ ਤੁਸੀਂ ਯਾਦ ਕੀਤੇ, ਤੁਸੀਂ ਕਹੋ ਬਈ ਇੱਥੇ ਮੈਡਮ ਨੇ ਲਿਖ ਲਿਖਿਆ, ਮੈਡਮ ਨੇ ਗਲਤ ਲਿਖਿਆ ਹੈ, ਅਸੀਂ ਲਿਖ ਇਸ ਤਰ੍ਹਾਂ ਲਿਖਣਾ ਸੀ। नहीं, लेख इस तरह लिखने का मकसद ये है कि क्योंकि डॉक्टर फकीर ने अपनी शायरी इसी तरह लिखी है। ठीक है, अगर ਅਸੀਂ ਇਹ ਨਹੀਂ ਲਿਖਾਂਗੇ ਫਿਰ ਸਾਡਾ ਕ੍ਰਿਟੀਕਲ ਐਨਾਲਿਸਿਸ ਹੈਡਿੰਗ ਤੁਹਾਡੀ ਗਈ। ਠੀਕ ਹੈ, ਤੁਸੀਂ ਇੰਜੇ ਹੀ ਲਿਖਣਾ ਹੈ ਤੇ ਫਿਰ ਤੁਸੀਂ ਕ੍ਰਿਟੀਕਲ ਐਨਾਲਿਸਿਸ ਵਿੱਚ ਪ੍ਰੂਵ ਕਰਕੇ ਦੱਸਣਾ ਹੈ ਉਹਨੂੰ ਕਿ ਡਾਕਟਰ ਫਕੀਰ ਮੁਹੰਮਦ ਫਕੀਰ ਨੇ ਇਮਲਾ ਦੀਆਂ ਗਲਤੀਆਂ ਕੀਤੀਆਂ ਨੇ। ਉਸ ਤੋਂ ਬਾਅਦ ਤੁਸੀਂ ਅਗਲੀ ਹੈਡਿੰਗ ਬਣਾਣੀ ਹੈ, ਉਹਦੇ ਤੁਸੀਂ ਹੈਡਿੰਗ ਬਣਾ ਲਓ ਇਸਲਾਮ ਦੇ ਅਸਰਾਤ। ਠੀਕ ਹੈ, ਇਸਲਾਮ ਦੇ ਅਸਰਾਤ ਬਾਰੇ ਉਹ ਕਹਿੰਦੇ ਨੇ ਉਹਨਾਂ ਦੀ ਇੱਕ ਨਜ਼ਮ ਹੈ दस्तूर मोहम्मद ਦਾ। ठीक है, ਉਹਦੇ ਵਿੱਚ ਉਹ ਕਹਿੰਦੇ ਨੇ नज़म जो है वो पूरी नहीं मैं यहाँ पे लिखूं बोलूंगी। ठीक है, थोड़ी सी नज़म जो है उसको मैं आपको बताऊंगी।
अब ये देखें, मतलब मैं बोलूंगी पूरी, लेकिन जहां पे मैंने मेंशन पूरी नहीं की आपने पूरी लिख लेनी है। अगर आपको पूरी याद नहीं होती तो आप फर्स्ट 2 लाइन्स भी लिख सकते हैं, लास्ट 2 लाइन भी लिख सकते हैं, आपकी मर्जी है। इस पे पाबंदी नहीं है कि आपने पूरी की पूरा ही शेर याद करके जाना है, आपको जितना आता है उतना लिख दें। ठीक है, जो फर्स्ट 2 लाइन्स लिख दें या लास्ट 2 लाइन लिख दें, इनफ है। अब इस शेर में वो कहता है कि लथा हर तोक गुलाम नीदा, टुट्टी जंजीर गुलाम नीदी, चढ़िया बिन मद आजादी, छिके दस्तूर जमाने दे कल्ला दस्तूर मुहम्मद दा। ठीक है, उन्होंने इस्लाम ਦੇ ਅਸਰਾਤ ਦੱਸੇ। ਉਹਨੇ ਕਿਹਾ ਕਿ ਹੋਲੀ ਪ੍ਰੋਫਿਟ ਆਏ, ਗੁਲਾਮੀ ਦੀ ਜ਼ੰਜੀਰਾਂ ਟੁੱਟ ਗਈਆਂ। ਠੀਕ ਹੈ, ਸਨ ਕਿਹੜਾ ਆਜ਼ਾਦੀ ਦਾ ਚੰਨ ਚੜਿਆ। ਠੀਕ ਹੈ, ਹੋਲੀ ਪ੍ਰੋਫਿਟ ਦੇ ਦਸਤੂਰ ਨੇ ਜ਼ਮਾਨੇ ਦੇ ਸਾਰੇ ਦਸਤੂਰ ਛਿਕ ਲਿਆ ਤੇ ਹਰ ਪਾਸੇ ਹੋਲੀ ਪ੍ਰੋਫਿਟ ਦਾ ਦਸਤੂਰ ਛਾ ਗਿਆ। ਠੀਕ ਹੈ, ਮੇਨ ਕਿ ਉਹਨਾਂ ਨੇ ਇਸਲਾਮ ਦੇ ਅਸਰਾਤ ਦੱਸੇ ਹੋਲੀ ਪ੍ਰੋਫਿਟ ਦੇ ਆਉਣ ਤੋਂ ਬਾਅਦ ਤੇ ਜਿਹੜੇ ਅਸਰਾਤ ਹੋਏ, ਜਿਹੜੀ ਸੋਸਾਇਟੀ ਚੇਂਜਿੰਗ ਆਈ, ਉਹਦੇ ਬਾਰੇ ਚੋਂ ਗੱਲ ਕਰ ਰਹੇ ਨੇ। ਠੀਕ ਹੈ, ਨੰਬਰ 3 ਹੈਡਿੰਗ ਤੁਸੀਂ ਬਣਾਣੀ ਹੈ ਕੁਰਾਨ ਉੱਤੇ ਅਮਲ ਦਾ ਦਰਸ। ਡਾਕਟਰ ਫਕੀਰ ਦਾ ਕਹਿਣਾ ਹੈ ਕਿ ਕੁਰਾਨ ਦਾ ਬਹੁਤ ਉੱਚਾ ਮਕਾਮ ਹੈ। ਠੀਕ ਹੈ, ਲੇਕਿਨ ਉਹ ਕਹਿੰਦੇ ਨੇ ਕਿ ਦੁੱਖ ਵਾਲੀ ਗੱਲ ਹੈ ਕਿ ਮੁਸਲਮਾਨ ਕੁਰਾਨ ਨੂੰ ਪੜ੍ਹ ਲੈਂਦੇ ਨੇ, ਇੱਕ ਵਾਰੀ ਪੜ੍ਹਨ ਤੋਂ ਬਾਅਦ ਉਹਨੂੰ ਗੁਲਾਫਾਂ ਵਿੱਚ ਸਮੇਟ ਕੇ ਰੱਖ ਦਿੰਦੇ ਨੇ। ਠੀਕ ਹੈ, ਉਹਨਾਂ ਨੇ ਕਦੀ ਵੀ ਕੁਰਾਨ ਪਾਕ ਦਾ ਮਤਲਬ ਸਮਝ ਕੇ ਨਹੀਂ ਪੜਿਆ। ਉਹਨਾਂ ਨੇ ਬਸ ਇਹ ਕੀਤਾ ਹੈ ਕਿ ਸਾਡੇ ਉੱਤੇ ਫਰਜ਼ ਹੈ ਕਿ ਅਸੀਂ ਕੁਰਾਨ ਪਾਕ ਨੂੰ ਪੜ੍ਹਨਾ ਹੈ, ਬਸ ਉਹਨਾਂ ਨੇ ਬੱਚਿਆਂ ਨੂੰ ਪੜ੍ਹਾ ਦਿੱਤਾ, ਆਪ ਪੜ੍ਹ ਲਿਆ, ਗੱਲ ਖਤਮ। ਇੱਕ ਵਾਰੀ ਖਤਮ ਕਰਕੇ ਉਸ ਤੋਂ ਬਾਅਦ ਉਹਨਾਂ ਕੀ ਕੀਤਾ, ਉਹਨੂੰ ਗੁਲਾਫਾਂ 'ਚ ਸਮੇਟ ਕੇ ਰੱਖ ਦਿੱਤਾ, ਉਸ ਉੱਤੇ ਅਮਲ ਨਹੀਂ ਕੀਤਾ। ਤੇ ਸਾਡੀ ਕੌਮ ਅੱਜ ਜ਼ਵਾਲ ਦਾ ਸ਼ਿਕਾਰ ਇਸੇ ਵਜ੍ਹਾ ਤੋਂ ਹੈ ਕਿਉਂਕਿ ਅਸੀਂ ਕੁਰਾਨ ਨੂੰ ਸਿਰਫ ਪੜ੍ਹਿਆ ਹੈ, ਸਮਝਿਆ ਨਹੀਂ। ਅਗਰ ਅਸੀਂ ਉਹਨੂੰ ਸਮਝ ਕੇ ਉਹਦੇ ਉੱਤੇ ਅਮਲ ਕਰੀਏ ਤਾਂ ਜਿਹੜੇ ਜ਼ਵਾਲ ਅੱਜ ਸਾਡੇ ਉੱਤੇ ਆਏ ਹੋਏ ਆ ਇਹ ਕਦੀ ਨਹੀਂ ਹੁੰਦਾ। ਠੀਕ ਹੈ, ਇਸ ਚੀਜ਼ ਨੂੰ ਤੁਸੀਂ ਕਰੰਟ ਦੇ ਨਾਲ ਰਿਲੇਟ ਕਰਕੇ ਵੀ ਦੇ ਸਕਦੇ ਹੋ ਐਗਜ਼ਾਮੀਨਰ ਨੂੰ। ਇਹਦੇ ਵਾਸਤੇ ਉਹਨਾਂ ਦੀ ਇੱਕ ਨਜ਼ਮ ਹੈ ਹਾਫਿਜ਼, ਉਹਦੇ ਵਿੱਚ ਉਹ ਕਹਿੰਦੇ ਨੇ ਦਿਲ ਨੂੰ ਸਦਾ ਫਕੀਰ ਰਹੀ ਅਈਓ ਸਿੱਧਰ ਸਿੱਖ। ਉਹ ਕਹਿ ਰਿਹਾ ਕਿ ਮੇਰੇ ਦਿਲ ਨੂੰ ਹਮੇਸ਼ਾ ਅਈਓ ਸਿੱਖ ਰਹੀਏ, ਅਈਓ ਆਸ ਰਹੀਏ। ਠੀਕ ਹੈ, ਕਿ ਤੂੰ ਪੜਿਆ ਕੁਲ ਕੁਰਾਨ ਸਮਝਿਆ ਲਫ਼ਜ਼ ਨਹੀਂ, ਕਿ ਤੂੰ ਪੂਰਾ ਕੁਰਾਨ ਪੜ੍ਹ ਲਿਆ ਲੇਕਿਨ ਤੂੰ ਇੱਕ ਲਫ਼ਜ਼ ਵੀ ਨਹੀਂ ਸਮਝਿਆ, ਤੈਨੂੰ ਪਤਾ ਨਹੀਂ ਹੈ ਕਿ ਕੁਰਾਨ ਦੇ ਵਿੱਚ ਕਿਹੜਾ ਦਰਸ ਦਿੱਤਾ ਗਿਆ ਹੈ, ਕਿਹੜੀਆਂ ਗੱਲਾਂ ਸਮਝਾਈਆਂ ਗਈਆਂ ਨੇ। ਤੇਰਾ ਕੰਮ ਸੀ ਕਿ ਮੈਂ ਕੁਰਾਨ ਪੜ੍ਹਨਾ ਹੈ ਤੇ ਉਸ ਤੋਂ ਬਾਅਦ ਮੈਨੂੰ ਰੱਖ ਦੇਣਾ। ਠੀਕ ਹੈ, ਮਤਲਬ ਉਹ ਇਸ ਚੀਜ਼ ਉੱਤੇ ਪੇਸ਼ਮਾਨ ਹੋ ਰਹੇ ਨੇ, ਅਫਸੋਸ ਹੀ ਕਰ ਰਹੇ ਨੇ। ਠੀਕ ਹੈ, ਦੱਸ ਰਹੇ ਨੇ ਕਿ ਅੱਜ ਸਾਡੀ ਸੁਸਾਇਟੀ ਜ਼ਵਾਲ ਦਾ ਸ਼ਿਕਾਰ ਇਸ ਵਜ੍ਹਾ ਤੋਂ ਹੈ ਕਿਉਂਕਿ ਸਾਨੂੰ ਨਹੀਂ ਪਤਾ ਕਿ ਅਸੀਂ ਸੁਸਾਇਟੀ ਵਿੱਚ ਕਿਵੇਂ ਚੱਲਣਾ ਹੈ। ਉਹ ਸਾਨੂੰ ਕਿਉਂ ਨਹੀਂ ਪਤਾ ਕਿਉਂਕਿ ਅਸੀਂ ਕੁਰਾਨ ਪਾਕ ਨੂੰ ਪੜ੍ਹਿਆ ਹੈ, ਉਹਦੇ ਵਿੱਚ ਜਿਹੜੀਆਂ ਗੱਲਾਂ ਸਾਨੂੰ ਸਿਖਾਈਆਂ ਗਈਆਂ, ਜਿਹੜੇ ਦਸਤੂਰ ਸਾਨੂੰ ਦੱਸੇ ਗਏ, ਅਸੀਂ ਉਹਨਾਂ ਤੇ ਨਾ ਅਮਲ ਕੀਤਾ, ਨਾ ਸਾਨੂੰ ਉਹਨਾਂ ਬਾਰੇ ਪਤਾ, ਨਾ ਅਸੀਂ ਉਹਨਾਂ ਨੂੰ ਸਮਝਿਆ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਤੁਸੀਂ ਲਿਖਣਾ ਹੈ ਹਰਕਤ ਤੇ ਅਮਲ ਦੀ ਸ਼ਾਇਰੀ। ਹਰਕਤ ਤੇ ਅਮਲ ਦਾ ਪੈਗਾਮ ਡਾਕਟਰ ਫਕੀਰ ਨੇ ਹੀ ਦਿੱਤਾ ਸੀ। ਇਹਨੂੰ ਤੁਸੀਂ ਰਿਲੇਟ ਵੀ ਕਰ ਸਕਦੇ ਹੋ ਮੌਲਾਨਾ ਹਾਲੀ ਤੇ ਅਲਾਮਾ ਇਕਬਾਲ ਦੇ ਨਾਲ ਕਿਉਂਕਿ ਉਹਨਾਂ ਵੀ ਇਹੋ ਗੱਲਾਂ ਕੀਤੀਆਂ ਸੀ। ਠੀਕ ਹੈ, ਡਾਕਟਰ ਫਕੀਰ ਕਹਿੰਦੇ ਨੇ ਕਿ ਆਲਕੀ ਜਿਹੜੀ ਹੈ ਉਹ ਉਹਨਾਂ ਲੋਕਾਂ ਦਾ ਕੰਮ ਹੈ ਜਿਹੜੇ ਬੇਅਮਲ ਹੁੰਦੇ ਨੇ। ਠੀਕ ਹੈ, ਮੀਨ ਜਿਹੜੇ ਕੋਈ ਕੰਮ ਨਹੀਂ ਕਰਦੇ, ਸੁਸਤ ਹੁੰਦੇ ਨੇ, ਵੱਧ ਤੋਂ ਹਰ ਗੱਲ ਦਾ ਇਲਜ਼ਾਮ ਅੱਲਾ ਨੂੰ ਦਿੰਦੇ ਨੇ। ਠੀਕ ਹੈ, ਉਹ ਕਹਿੰਦੇ ਨੇ ਕਿ ਅੱਲਾ ਨੂੰ ਹਰ ਗੱਲ ਦਾ ਇਲਜ਼ਾਮ ਦੇਣਾ ਆਲਕੀ ਦੀ ਨਿਸ਼ਾਨੀ ਹੈ, ਸੁਸਤੀ ਦੀ ਨਿਸ਼ਾਨੀ ਹੈ ਕਿ ਇਨਸਾਨ ਆਪ ਕੁਝ ਨਹੀਂ ਕਰ ਰਿਹਾ। ठीक है, ਜਦੋਂ तक क्योंकि साडा इस्लाम से इयो सिखाया है, इस्लाम जदोजहद का नाम है, कोशिश का नाम है। ठीक है, वो कहते हैं कोशिश करो। अल्लाह पाक ने हमेशा फरमाया है कि तुम मेहनत करो, कोशिश करो, कामयाबी देना मेरा काम है। ठीक है, जब हम एक चीज के लिए कोशिश ही नहीं कर रहे, हम घर में बैठे हैं, हमने एक बुक्स का ढेर लगा के रख दिया, हम कह रहे हैं हमने बस सीएसएस के टेस्ट देनी और हमने पास हो जाना, हमने प्रिपरेशन नहीं की, हमने कुछ भी नहीं किया। एग्जाम से कुछ दिन पहले हमने नमाज पढ़नी स्टार्ट कर दी है। हम अल्लाह की भाई हम कहते हैं भाई हम अल्लाह की इबादत करते हैं, हमने अल्लाह से बड़ी दुआएं मांगी हैं और हमें ना अल्लाह ताला ने इसका फल दे देना है। फिर जब रिजल्ट आते हैं हम फेल होते हैं तो हम फिर क्या कह रहे होते हैं, हमारी किस्मत में अल्लाह पाक ने लिखा ही नहीं है सीएसएस। क्यों नहीं लिखा, वजह बताएं, किस वजह से नहीं लिखा। जब आपने मेहनत ही नहीं की तो वो आपको फल कैसे दे, जब तक आप मेहनत नहीं करेंगे आपको फल नहीं मिलेगा। तो यहाँ पर जो डॉक्टर फकीर है वो यही बात सिखाने की कोशिश कर रहे हैं कि आहलकी और सुस्ती तुम्हारे अंदर है, तुम ब्लेम अल्लाह पाक की जात पे डाल रहे हो, ऐसा कुछ नहीं होता। उसने तुम्हें अशरफुल मखलूकात बनाया है, उसने तुम्हें बताया है कि अपना अच्छा बुरा खुद सोचो, खुद करो। ठीक है, उसने जो करना है वो आपसे आखिरत में करेगा। तो अभी आप जो भी कर रहे हो ना वो आपकी अपनी जिम्मेदारी, आपके अपने ऊपर डिपेंड करता है, ना कि उसकी जात पे डिपेंड करता है। ठीक है, आप सुस्त और आहलक बन के बैठे हैं, आपने कोई काम नहीं करना, कुछ करना नहीं है, तो कल को आपको ताने मिल रहे हैं, कुछ हो रहा है, तो आप कहेंगे भाई मेरे नसीबों में लिखा नहीं था, आपने खुद अपने लिए जो बोया था वही आप आज काट रहे हैं। ठीक है, तो यहाँ पर वो शेर बताते हैं, ओ वैरी आप पे आ लगदा ओ खांदा है तेरा जल कोई। यहाँ पर आप एक और शेर भी यहाँ पर एक लिख सकते हैं, मैंने आगे मेंशन भी किया है, अल्लाह नु आख कुछ आल खया। अब देखिए यहाँ पर भी एक मिस्टेक आ गई है। ठीक है, आख उसने लिख दिया आख, आख नहीं होता आख होता है। ठीक है, ये शेरज कह रहा है कि अल्लाह नु आख कुछ अहल क्या, उन्हें नहीं हो सुनी तेरी गल कोई। ठीक है,
تو مطلب آپ نے ہلکی کو بیان کرنا ہے، سستی کو بیان کرنا ہے کہ ڈاکٹر فقیر نے لوگوں کو جگانے کی کوشش کی تھی، بالکل اسی طرح جس طرح سے علامہ اقبال نے کی تھی، ٹھیک ہے؟ تو اس کی ہم ایک ہیڈنگ یہ بھی بنائیں گے کہ علامہ اقبال اور جو ڈاکٹر فقیر ہیں ان کی سوچنے کی جو سانچ تھی وہ بالکل ایک جیسی تھی، ٹھیک ہے؟ اس کے بعد آپ نے لکھنا ہے آزادی پاکستان دے عاشق، ٹھیک ہے؟ مطلب ان کو بڑا تھا کہ پاکستان آزاد ہو جائے، اور انہوں نے لوگوں کو احساس بھی کروایا کہ ہم نے ملک کے لیے بڑی قربانیاں دی ہیں، بڑی مشکل کے بعد ہم نے یہ ملک حاصل کیا ہے۔ اس کے لیے انہوں نے کوئی جنگ نہیں لڑی، انہوں نے کیا کیا، انہوں نے کلمی جہاد کی ہے، ٹھیک ہے؟ جیسے علامہ اقبال نے کیا تھا، انہوں نے بھی نظموں کے ذریعے لوگوں کو جگانے کی کوشش کی تھی، ٹھیک ہے؟ انہوں نے بھی اسی طرح سے کیا۔ اب انہوں نے پاکستان کے لیے بھی ایک نظم لکھی، وہاں پر یہ لکھتے ہیں، دیس فکر ایمان پیارا، دل دا مان تران پیارا، وسدا پاکستان پیارا، مر جاؤ برباد نہ ویکھو، مر جاؤ برباد نہ ویکھو، کوئی دنیا آباد نہ ویکھو جد تک وہ آزاد نہ ویکھو، ٹھیک ہے؟ انہوں نے کہنا ہے کہ کوئی دنیا اس ٹائم تک آزاد نہیں ہے جدوں تک وہ آباد نہیں ہے۔ مطلب تسی کسے بھی اگر کوئی دنیا آزاد نہیں ہے نا، تسی اس نو یہ نہ سمجھو کہ وہ آباد ہوگی، جدوں تک تانوں آزادی نہیں ملنی تسی کسے اینگل نال بھی خوش نہیں رہ سکتے، ٹھیک ہے؟ تواڈے کول کوئی آبادی نہیں، اٹھو اپنے پاکستان واسطے کام کرو، مین کہ انہوں نے لوکاں نو جگایا اپنی شاعری دے تھرو، ٹھیک ہے؟ اس تو بعد نیکسٹ آندے غرور تے تکبر دی نندیا، انہوں نے غرور کرن تو بھی منع کیتا، تکبر تو منع کیتا۔ ایدے چوں کہندے نے کہ آکڑ خانی بندے دے وچ دنیا قدر گھٹائے، نال خلق دے خلق فقیرہ خالق نال ملائے۔ وہ کہندے نے کہ آکڑ جڑی ہوندی ہے نا تو دنیا دے وچ تہاڈی قدر گھٹا دیندی ہے، ٹھیک ہے؟ تکبر جو ہوتا ہے وہ آپ کی ویلیو کو کم کرتا ہے۔ سمپل سی چیز ہے، آپ اپنی لائف میں بھی آپ نے فیس کیا ہوگا کہ اگر آپ کسی کے ساتھ بڑا مس بہیو کر رہے ہیں، آپ کو لگتا ہے کہ بھئی میں CS کر رہا ہوں، یہ سارے لوگ مجھ سے چھوٹے ہیں، اگر کل کو نہیں ہوتا اللہ نہ کرے تو آپ سوچیں کہ ان لوگوں کے سامنے آپ کی کیا رسپیکٹ رہ جائے گی۔ ابھی آپ جس لیول پہ ہیں آپ ان کے جیسے ہی ہیں، آپ کسی کو نیچا نہیں دکھا سکتے، اور اگر کل کو آپ CSP بن بھی جاتے ہیں تو دین بھی آپ ہی بھی انسان ہے، اور آپ سے جو نیچے ہے وہ بھی انسان ہی ہے، جیسے اللہ نے آپ کو بنایا ویسے اس کو بھی بنایا، ٹھیک ہے؟ آپ نے زیادہ محنت کی، آپ آگے نکل گئے، اللہ تعالیٰ نے آپ کو آپ کی محنت کا پھل دیا۔ اس کا مطلب یہ نہیں ہے کہ آپ ایٹیٹیوڈ دکھائیں، آپ کے اندر تکبر آ جائے، غرور آ جائے، آپ دوسروں کو نیچا سمجھنے لگ جائیں، کمزور سمجھیں، اپنے سے کم تر سمجھیں۔ تو ایک چیز بڑی وہ موسٹلی یوز ہوتی ہے، آپ کے پیرنٹس بھی موسٹلی کہتے ہوں گے کہ اگر اللہ تعالیٰ دے سکتے ہیں نا آپ کو تو وہ آپ سے چھین بھی سکتے ہیں، ٹھیک ہے؟ تو دنیا میں اگر آپ نے عزت کمانی ہے، اپنے نام کمانا ہے نا، تو اس کا مطلب یہ نہیں ہے کہ آپ CSP بن گئے ہیں تو آپ بڑا پیسہ کما رہے ہیں، آپ کے پاس بڑا مال ہے تو آپ کی عزت ہوگی۔ وہ جو لوگ آپ کی عزت کر رہے ہیں نا پیسے کی وجہ سے، وہ صرف دکھاوے کی عزت ہے اور مطلب کی ہے۔ اس کا مطلب یہ ہے کہ لوگ آپ کو یوز کر رہے ہیں، ٹھیک ہے؟ منہ کے اوپر آپ کے میٹھے بن جاتے ہیں اور آپ سے مطلب، کیونکہ وہ آپ سے مطلب نکالنا چاہتے ہیں، ان کو پتا ہے کہ اس بندے کے پاس پاور ہے۔ اگر آپ چاہتے ہیں کہ دنیا میں آپ کی واقعی عزت ہو، لوگ آپ کی دل سے عزت کریں، تو ڈاکٹر فقیر کہتا ہے کہ پھر غرور اور تکبر کو چھوڑو، ٹھیک ہے؟ خلق کے ساتھ پیار کرو گے تبھی تمہیں اللہ تعالیٰ کی ذات سے پیار، تبھی اللہ تعالیٰ تم سے پیار کرے گا، ٹھیک ہے؟ تبھی تمہیں اللہ تعالیٰ نصیب ہوں گے۔ جب تک آپ دنیا میں مخلوق کے ساتھ پیار نہیں کرتے، اللہ تعالیٰ آپ سے پیار نہیں کرتا۔ اللہ تعالیٰ ویسے بھی پہلے ہی حکم دیتا ہے کہ پہلے زمین پر حقوق العباد جو ہیں وہ پہلے ہیں، ان کو ادا کرو پھر میرے پاس آؤ، ٹھیک ہے؟ اگر ان کو ادا نہیں کرے تو میں تم سے راضی نہیں ہوں۔ اس کے بعد نمبر 7 ہیڈنگ دیکھیں، نمبر 7 ہیڈنگ میں دل دی صفائی بارے گل کیتی ہے، ٹھیک ہے؟ ਇਹਦੇ ਚ ਕਹਿੰਦਾ ਹੈ کہ ਰਹਿਣੀ ਸਦਾ ਸਫਾਈ ਦਿਲ ਦੀ ਭਲੀ ਫਕੀਰ ਅਰੀਤ دل جے پاک نہ ہووے سارا بدن پلیت، ٹھیک ہے؟ مطلب وہ کہندا ہے کہ اگر دل تہاڈا پاک نہیں ہے، ٹھیک ہے؟ اگر دل کے اندر سے آپ پاک نہیں ہیں، آپ دل کے اندر بغض رکھتے ہیں، دوسروں کے لیے نفرت رکھتے ہیں، لوگوں کے سامنے آپ اچھا بننے کی کوشش کر رہے ہیں لیکن دل میں آپ کے لیے اس کے لیے نفرت ہے، ٹھیک ہے؟ آپ کو وہ اپنے سے کمزور نظر آتا ہے، آپ اس کے بارے میں برا سوچ رہے ہیں، تو پھر آپ کسی بھی اینگل سے پاک نہیں ہے، ٹھیک ہے؟ اس بندے کو نہیں پتا لیکن اللہ تعالیٰ کی ذات تو جانتی ہے نا کہ آپ کے دل کے اندر کیا ہے۔ تو یہاں پھر وہ کہہ رہا ہے کہ اگر دل پاک نہیں ہے نا تو آپ سمجھ لیں کہ آپ کا پورا بدن ہی پاک نہیں ہے، ٹھیک ہے؟ آپ پاک ہیں ہی نہیں۔ اس کے بعد نمبر 8 دیکھیں، میں نے جو چیز آپ کو بتائی تھی کہ علامہ اقبال اور مولانا حالی کے ساتھ ان کی فکری سانچ بھی ہے۔ فکری سانچ کیسے ہے کہ مولانا حالی نے جو باتیں کی، علامہ اقبال نے جو باتیں کی اپنی شاعری کے اندر، انہوں نے بھی وہی بات کی۔ انہوں نے اسلام سے پہلے جو زوال کا دور تھا اس کے بارے میں بات کی، پھر جب اسلام ہولی پرافٹ آئے ان کے آنے کے بعد جو حالات ہوئے اس پہ بات کی انہوں نے، ٹھیک ہے؟ قرآن کے اوپر عمل کرنے کی انہوں نے بات کی، لوگوں کو اندھیروں سے نکالنے کی کوشش کی، انہیں سکھایا کہ اپنے لیے آگے بڑھو، ٹھیک ہے؟ اپنے کنٹری کے لیے بات کی۔ اب جو مولانا حالی تھے، علامہ اقبال تھے، علامہ اقبال کو تو آپ نے پڑھا ہوگا، حالی کو جن کی اردو ہے انہوں نے پڑھا ہوگا، علامہ اقبال کو آپ نے پولیٹیکل سائنس میں بھی پڑھا ہوگا، پاکستان افیئر کے اندر بھی۔ علامہ اقبال کی دیکھیے یہی فکر تھی ساری،
انہوں نے بھی اسلام کے عروج و زوال کی بات کی، ٹھیک ہے، اور اس کے بعد انہوں نے بھی لوگوں کو جو ہے جگانے کی کوشش کی، انہوں نے لوگوں کو بتایا کہ کس طرح سے آپ اپنے حق کے لیے آواز اٹھا سکتے ہیں، اگر بیٹھے رہو گے تو کچھ حاصل نہیں ہوگا۔ حالی نے بھی یہی سب کچھ کیا۔ پھر فقیر محمد فقیر کی شاعری بھی ہم نے پڑھی تو اس میں بھی ہمیں یہی ساری باتیں ملی، تو پھر ہم ایگزامینر کو ایک یہ ایڈنگ بھی دے کے آئیں گے کہ ڈاکٹر فقیر کی، مولانا حالی کی اور علامہ اقبال کی جو فکری سانچ ہے وہ سیم ہے، ٹھیک ہے۔ یہاں پر آپ ایک ریفرنس بھی کوٹ کر سکتے ہیں، ریفرنس ہے بقولے عارف عبد المتین۔ عارف عبد المتین کہندے نے کہ ڈاکٹر فقیر نے انگریزاں دی غلامی دے ہنیریاں وچ آزادی دی منزل تک اپنن ਲਈ راہ ਵਿਖਾਈ ہے، ٹھیک ہے۔ اس تو بعد تسی ਇਹਦਾ ਕ੍ਰਿਟੀਕਲ ਐਨਾਲਿਸਿਸ ਕਰਨਾ ਹੈ۔ ਕ੍ਰਿਟੀਕਲ ਐਨਾਲਿਸਿਸ ਦੇ ਵਿੱਚ ਤੁਹਾਨੂੰ ਮੈਂ ਪਹਿਲੀ ਹੈਡਿੰਗ ਦੱਸ ਦਿੱਤੀ, ਤੁਸੀਂ ਉਹ ਲਿਖਣੀ ਹੈ ਕਿ ਇਮਲਾ ਦੀਆਂ ਗਲਤੀਆਂ, ਠੀਕ ਹੈ। ਸਭ ਤੋਂ ਪਹਿਲੇ ਉਸ ਤੋਂ ਬਾਅਦ ਲਿਖੋ ਆਸਾਨ ਜ਼ੁਬਾਨ ਦਾ ਇਸਤੇਮਾਲ ਹੈ, ਤਸ਼ਬੀਹ ਤੇ ਇਸਤਾਰਿਆਂ ਦਾ ਵਰਤਾਓ ہے۔ اس تو بعد لکھو نظمہ وچ غزلوں دی اواڑ ہے، ٹھیک ہے، مطلب نظمہ ہے لیکن اس کے اندر ہمیں غزلوں والا جو ہے نا سواد ملتا ہے، وہ لگتا ہے کہ ہم غزل پڑھ رہے ہیں، نظم نہیں پڑھ رہے، تو آپ وہ چیز بھی یہاں پر اس کو کوٹ کر کے دے سکتے ہیں۔ اس کے بعد وزن اور بحر، اگر اس نے ملا کی غلطیاں کی ہیں تو اس کا مطلب اس نے وزن اور بحر کی بھی کی ہیں، اس نے کوئی مصرع چھوٹا لکھا ہے کوئی مصرع بڑا لکھا ہے، اس نے ایک بحر میں نہیں لکھا سب کچھ، ٹھیک ہے۔ تو یہ چیز بھی آپ نے ایگزامینر کو بتانی ہے کہ وزن تے بحر دیاں غلطیاں، یہ ساری چیزیں آپ نے کریٹیکل انالیسس میں اس کو دینی ہے۔ ڈاکٹر فقیر کی شاعری ایزی ہے، مشکل نہیں ہے، لیکن اگر پھر بھی کسی کو شعر وغیرہ یاد نہیں ہوتے ہوں تو وہ مجھے کمنٹ سیکشن میں آپ لوگ بتا دینا، میں آپ کو طریقہ بتاؤں گی کس طرح سے آپ لوگوں نے اشعار یاد کرنے ہیں، ٹھیک ہے۔ اگر کسی کو یاد نہیں ہوتے شعر تو بتانا ہے، جن کو ہو جاتے ہیں اچھی بات ہے، جن کو نہیں ہوتے وہ مجھے بتا دیں کہ ہمیں شعر یاد نہیں ہوتے یا ہمیں اشعار کے اندر سے ہیڈنگز کریٹ کرنی نہیں آتی، تو وہ آپ لوگ مجھے کمنٹ میں بتا دیجیے گا، میں انشاءاللہ آپ کو وہی کمنٹ نہیں سمجھا دوں گی، ٹھیک ہے۔ باقی فی الحال کے لیے آج اتنا ہی ہے، اپنا خیال رکھیے گا، دعاؤں میں یاد رکھیے گا، اللہ حافظ۔